ਹੈਲੋ ਵੈਲਕਮ ਸਟੂਡੈਂਟਸ ਬਾਲਾਜੀ ਐਜੂਕੇਸ਼ਨ ਪੁਆਇੰਟ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਕੰਪਿਊਟਰ ਦੇ ਲੈਕਚਰਸ ਦੀ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ। ਜੇ ਤੁਸੀਂ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਜਿਸ ਵਿੱਚ ਕੰਪਿਊਟਰ ਆਉਣ ਵਾਲਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੋਣ ਵਾਲੀ ਹੈ। ਇਸ ਲੈਕਚਰ ਵਿੱਚ ਥਿਊਰੀ ਦੇ ਨਾਲ-ਨਾਲ MCQ ਵੀ ਡਿਸਕਸ ਹੋਣਗੇ। ਸੋ ਅੱਜ ਦਾ ਲੈਕਚਰ ਕੰਪਿਊਟਰ ਦੀ ਇੰਟਰੋਡਕਸ਼ਨ ਤੇ ਰਹੇਗਾ। ਤੁਸੀਂ ਇਸ ਲੈਕਚਰ ਦੀ PDF ਸਾਡੇ ਟੈਲੀਗ੍ਰਾਮ ਗਰੁੱਪ ਬਾਲਾਜੀ ਐਜੂਕੇਸ਼ਨ ਪੁਆਇੰਟ ਵਿੱਚ ਜਾ ਕੇ ਡਾਊਨਲੋਡ ਕਰ ਸਕਦੇ ਹੋ। ਇਸ ਗਰੁੱਪ ਵਿੱਚ ਗਵਰਨਮੈਂਟ ਜੌਬ ਦੇ ਰਿਗਾਰਡਿੰਗ ਸਾਰੀਆਂ ਨੋਟੀਫਿਕੇਸ਼ਨਸ ਪਾਈਆਂ ਜਾਂਦੀਆਂ ਹਨ। ਤੁਹਾਨੂੰ ਇਸ ਲੈਕਚਰ ਦੇ ਰਿਗਾਰਡਿੰਗ ਜਾਂ ਗਵਰਨਮੈਂਟ ਜੌਬ ਦੀ ਪ੍ਰਿਪਰੇਸ਼ਨ ਦੇ ਰਿਗਾਰਡਿੰਗ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਸੋ ਮੇਰਾ ਨਾਮ ਹੈ ਅਮਿਤ ਜੋਸ਼ੀ। ਅੱਜ ਦਾ ਲੈਕਚਰ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣੇ ਕੀ ਕੰਟੈਂਟ ਰਹਿਣਗੇ ਅੱਜ ਦੇ ਲੈਕਚਰ ਦੇ ਵੀ। ਅੱਜ ਦੇ ਲੈਕਚਰ 'ਚ ਆਪਾਂ ਕੀ ਪੜਾਂਗੇ। ਸਭ ਤੋਂ ਪਹਿਲਾਂ ਕੀ ਹੈ ਡੈਫੀਨੇਸ਼ਨਸ, ਡਾਟਾ, ਇਨਫੋਰਮੇਸ਼ਨ ਕੀ ਹੁੰਦੀ ਹੈ, ਇਨਪੁਟ ਯੂਨਿਟ ਕੀ ਹੁੰਦੀ ਹੈ, ਪ੍ਰੋਸੈਸਿੰਗ ਯੂਨਿਟ ਕੀ ਹੁੰਦੀ ਹੈ, ਆਊਟਪੁੱਟ ਯੂਨਿਟ ਕੀ ਹੁੰਦੀ ਹੈ ਤੇ ਇਹਨਾਂ ਦੇ ਬੇਸ ਤੇ ਕੁਝ ਮਲਟੀਪਲ ਚੁਆਇਸ ਕੁਐਸਚਨ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹਦੇ ਵਿੱਚੋਂ ਛੋਟੇ-ਛੋਟੇ ਕੁਐਸਚਨ ਪੰਜਾਬ ਦੇ ਐਗਜ਼ਾਮ ਲਈ, ਸੈਂਟਰ ਦੇ ਐਗਜ਼ਾਮ ਲਈ ਬਹੁਤ ਬਣਦੇ ਨੇ। ਇਹਨੂੰ ਧਿਆਨ ਨਾਲ ਦੇਖਣਾ ਹੈ। ਓਕੇ, ਨੈਕਸਟ ਸਭ ਤੋਂ ਪਹਿਲਾਂ ਕੀ ਆਉਂਦਾ ਕੰਪਿਊਟਰ ਵਰਡ। ਜੋ ਕੰਪਿਊਟਰ ਵਰਡ ਹੈ ਉਹ ਕਿੱਥੋਂ ਆਇਆ? ਜੋ ਕੰਪਿਊਟਰ ਸ਼ਬਦ ਹੈ ਉਹ ਕਿੱਥੋਂ ਆਇਆ? ਉਹ ਕਿੱਥੋਂ ਆਇਆ? ਕੰਪਿਊਟ ਤੋਂ ਆਇਆ। ਉਹ ਕੰਪਿਊਟ ਤੋਂ ਆਇਆ। ਤੇ ਕੰਪਿਊਟ ਕਿਹੜੀ ਲੈਂਗੁਏਜ ਦਾ ਵਰਡ ਹੈ? ਉਹ ਹੈ ਲੈਟਿਨ ਲੈਂਗੁਏਜ ਦਾ ਵਰਡ। ਠੀਕ ਹੈ, ਲੈਟਿਨ ਲੈਂਗੁਏਜ ਦਾ ਵਰਡ ਕਿਹੜਾ ਹੈ? ਕੰਪਿਊਟ। ਕੰਪਿਊਟ ਤੋਂ ਕੀ ਬਣਿਆ? ਕੰਪਿਊਟਰ। ਤੇ ਪੇਪਰ 'ਚ ਕੁਐਸਚਨ ਆਇਆ ਕੰਪਿਊਟ ਦਾ ਮਤਲਬ ਕੀ ਹੈ? ਕੰਪਿਊਟ ਦਾ ਮਤਲਬ ਹੈ ਕੈਲਕੂਲੇਸ਼ਨ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਗਣਨਾ ਕਰਨਾ। ਓਕੇ, ਗਣਨਾ ਕਰਨਾ, ਗਣਨਾ ਕਰਨਾ। ਓਕੇ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਗਣਨਾ ਕਰਨਾ। ਲੈਟਿਨ ਇੱਕ ਉਹ ਭਾਸ਼ਾ ਹੈ ਜਿਹੜੀ ਕਿਸੇ ਟਾਈਮ ਦੇ ਵਿੱਚ ਰੋਮ ਦੇ ਵਿੱਚ ਬੋਲੀ ਜਾਂਦੀ ਸੀ। ਜਿਹੜੀ ਕਿਸੇ ਟਾਈਮ ਰੋਮ ਦੇ ਵਿੱਚ ਬੋਲੀ ਜਾਂਦੀ ਸੀ ਅੱਜ ਤੋਂ ਲਗਭਗ 1000 ਸਾਲ ਪਹਿਲਾਂ। ਬਟ ਅੱਜ ਜਿਵੇਂ ਆਪਣੇ ਉਰੇ ਸੰਸਕ੍ਰਿਤ ਨਹੀਂ ਬੋਲੀ ਜਾਂਦੀ ਉਵੇਂ ਉੱਥੇ ਲੈਟਿਨ ਵੀ ਬਹੁਤ ਘੱਟ ਬੋਲੀ ਜਾਂਦੀ ਹੈ। ਓਕੇ ਗਾਇਜ਼, ਨੈਕਸਟ ਅੱਗੇ ਕੀ ਹੈ? ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਡਿਵਾਈਸ ਵਿਚ ਸਟੋਰ ਐਂਡ ਪ੍ਰੋਸੈਸ ਦ ਐਂਟਰਡ ਡਾਟਾ। ਕੰਪਿਊਟਰ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ ਜਿਹੜਾ ਕਿ ਸਟੋਰ ਕਰਦੀ ਹੈ ਤੇ ਪ੍ਰੋਸੈਸ ਕਰਦੀ ਹੈ ਐਂਟਰਡ ਡਾਟੇ ਨੂੰ। ਹੁਣ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦਾ ਇਲੈਕਟ੍ਰੋਨਿਕ, ਇੱਕ ਹੁੰਦਾ ਇਲੈਕਟ੍ਰੀਕਲ। ਧਿਆਨ ਨਾਲ ਸਮਝਣਾ ਇਸ ਗੱਲ ਨੂੰ। ਇੱਕ ਹੁੰਦਾ ਇਲੈਕਟ੍ਰੀਕਲ, ਇੱਕ ਹੁੰਦਾ ਇਲੈਕਟ੍ਰੋਨਿਕ। ਹੁਣ ਆਪਾਂ ਇੱਥੇ ਕਿਹਾ ਕੰਪਿਊਟਰ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ। ਇੱਥੋਂ ਇਲੈਕਟ੍ਰੋਨਿਕ ਤੋਂ ਕੀ ਪਤਾ ਲੱਗਦਾ ਹੈ ਕਿ ਕੰਪਿਊਟਰ ਦੇ ਵਿੱਚ ਇੱਕ ਡਿਸੀਜਨ ਮੇਕਿੰਗ ਦੀ क्षमता ਹੁੰਦੀ ਹੈ। ਡਿਸੀਜਨ ਮੇਕਿੰਗ ਦਾ ਮਤਲਬ ਮੰਨ ਲਓ ਕੋਈ ਫੋਨ ਹੈ, ਕੋਈ ਵੀ ਫੋਨ ਹੈ, ਤੁਸੀਂ ਉਹ 'ਤੇ ਪਾਸਵਰਡ ਲਾਇਆ। ਓਕੇ, ਕੋਈ ਪਾਸਵਰਡ ਲਾਇਆ ਤਾਂ ਉਹਨੇ ਡਿਸੀਜਨ ਲੈਣਾ ਹੁਣ ਅਗਲੀ ਵਾਰ ਜੋ ਵੀ ਪਾਸਵਰਡ ਲੱਗਿਆ ਕਿ ਉਹ ਪਹਿਲਾਂ ਵਾਲੇ ਪਾਸਵਰਡ ਨਾਲ ਮੈਚ ਖਾਂਦਾ। ਜੇ ਉਹ ਨਹੀਂ ਖਾਊਗਾ ਤਾਂ ਉਹ ਲੌਕ ਨਹੀਂ ਖੋਲੂਗਾ। ਇਹ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਇਲੈਕਟ੍ਰੋਨਿਕ ਡਿਵਾਈਸ ਦੀ। ਓਕੇ, ਸੋ ਕੰਪਿਊਟਰ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ। ਇੱਥੇ ਜੇ ਆਪਾਂ ਇਲੈਕਟ੍ਰੀਕਲ ਦੀ ਗੱਲ ਕਰੀਏ, ਇਲੈਕਟ੍ਰੀਕਲ ਦੇ ਵਿੱਚ ਕੀ ਆ ਜਾਂਦਾ? ਕੋਈ ਮੋਟਰ, ਕੋਈ ਪੱਖਾ। ਜਿਵੇਂ ਪੱਖਾ ਚੱਲਦਾ ਤਾਂ ਉਦੋਂ ਤੱਕ ਚੱਲੂਗਾ ਜਦੋਂ ਤੱਕ ਉਹਦੇ ਵਿੱਚ ਬਿਜਲੀ ਗਈ ਹੋਈ ਆ। ਉਹਦੇ ਵਿੱਚ ਕੋਈ ਵੀ ਆਪਣੀ क्षमता ਨਹੀਂ ਹੁੰਦੀ ਉਹਨੂੰ ਬੰਦ ਕਰ ਦੇ, ਹੌਲੀ ਕਰ ਦੇ, ਤੇਜ਼ ਕਰ ਦੇ। ਓਕੇ, ਵਿਚ ਸਟੋਰ ਦ ਡਾਟਾ ਐਂਡ ਪ੍ਰੋਸੈਸ ਦ ਐਂਟਰਡ ਡਾਟਾ। ਸਟੋਰ ਦਾ ਮਤਲਬ ਕੀ ਹੋਗਾ? ਕੋਈ ਗਾਣਾ ਹੈ, ਕੋਈ ਵੀ ਗਾਣਾ ਤੁਸੀਂ ਐਂਟਰ ਕੀਤਾ। ਓਕੇ, ਐਂਟਰ ਕੀਤਾ, ਉਹ ਉੱਥੇ ਸਟੋਰ ਕਰ ਦੂਗਾ। ਕੋਈ ਵੀ ਐਂਟਰ ਕੀਤਾ ਹੋਇਆ ਗਾਣਾ ਸਟੋਰ ਹੋ ਗਿਆ। ਉਹ ਤੋਂ ਬਾਅਦ ਜੇ ਆਪਾਂ ਨੇ ਪਲੇ ਕਰਨਾ ਹੈ, ਪਲੇ ਕਰਨ ਦਾ ਮਤਲਬ ਪ੍ਰੋਸੈਸ ਕਰਨਾ, ਉਹ ਉਹਦੇ ਤੇ ਪ੍ਰੋਸੈਸ ਹੋ ਰਿਹਾ ਤਾਂ ਉਹ ਪਲੇ ਹੋ ਗਿਆ। ਓਕੇ, ਵਿੱਚ ਸਟੋਰ ਐਂਡ ਪ੍ਰੋਸੈਸ ਦਾ ਡਾਟਾ। ਕੋਈ ਵੀ ਮੰਨ ਲਓ ਕੋਈ ਵੀ ਤੁਹਾਡਾ ਕੋਈ ਗਾਣਾ ਹੈ ਉਹ ਸਟੋਰ ਕਰ ਲਿਆ ਜਾਂ ਉਹ ਚਲਾਤਾ ਮਤਲਬ ਪ੍ਰੋਸੈਸ ਕਰਤਾ, ਉਹ 'ਚ ਕੋਈ ਕੱਟ ਵੱਢ ਕਰਤੀ। ਠੀਕ ਹੈ, ਉਹਨੂੰ ਕੀ ਕਹਿੰਦੇ ਨੇ? ਕੰਪਿਊਟਰ ਇਜ਼ ਐਨ ਇਲੈਕਟ੍ਰੋਨਿਕ ਡਿਵਾਈਸ ਵਿਚ ਸਟੋਰ ਐਂਡ ਪ੍ਰੋਸੈਸ ਦਾ ਐਂਟਰ ਡਾਟਾ। ਇੱਥੋਂ ਜੋ ਡਾਟਾ ਹੈ ਇਨਪੁਟ ਜਾਂਦੀ ਹੈ, ਇੱਥੇ ਪ੍ਰੋਸੈਸਿੰਗ ਹੁੰਦੀ ਹੈ ਤੇ ਇੱਥੇ ਆਪਣੀ ਆਊਟਪੁੱਟ ਆ ਜਾਂਦੀ ਹੈ। ਓਕੇ, ਨੈਕਸਟ ਡੈਫੀਨੇਸ਼ਨ ਕੀ ਬਣਦੀ ਹੈ ਕਿ ਕੰਪਿਊਟਰ ਅਸੈਪਟ ਡਾਟਾ ਫਰੋਮ ਇਨਪੁਟ ਡਿਵਾਈਸ ਐਂਡ ਪ੍ਰੋਸੈਸ ਇਟ ਐਂਡ ਕਨਵਰਟ ਇਟ ਇਨਟੂ ਯੂਜ਼ਫੁਲ ਇਨਫੋਰਮੇਸ਼ਨ। ਇਹਨੂੰ ਧਿਆਨ ਨਾਲ ਦੇਖੋ ਕੀ ਕਹਿ ਰਿਹਾ ਹੈ ਕਿ ਕੰਪਿਊਟਰ ਅਸੈਪਟ ਕਰਦਾ ਹੈ ਡਾਟੇ ਨੂੰ। ਜੋ ਇਧਰੋਂ ਗਿਆ ਉਹ ਕੀ ਹੈ? ਡਾਟਾ ਹੈ। ਇੱਥੇ ਪ੍ਰੋਸੈਸ ਹੋਇਆ ਕੋਈ ਵੀ ਜਿਹੜਾ ਕੰਮ ਹੋਇਆ ਤੇ ਇੱਥੇ ਜਾ ਕੇ ਉਹਦੀ ਆਊਟਪੁੱਟ ਆ ਗਈ। ਐਗਜ਼ਾਮਪਲ ਲਈ ਮੰਨ ਲਓ 2+2। ਐਗਜ਼ਾਮਪਲ ਲਈ ਮੰਨ ਲਓ 2+2। ਇਹ ਕੀ ਹੋਇਆ? ਇੱਥੋਂ 2+2 ਗਿਆ, ਇੱਥੇ ਕੀ ਪਲੱਸ ਆਪਰੇਸ਼ਨ ਹੋ ਗਿਆ। ਕੋਈ ਵੀ ਆਪਰੇਸ਼ਨ ਜਿਵੇਂ ਆਪਾਂ ਨੇ ਪਲੱਸ ਲਾਇਆ ਇੱਥੇ, ਜੇ ਇੱਥੇ ਪਲੱਸ ਹੋ ਗਿਆ, ਇੱਥੇ ਕੀ ਬਣ ਗਿਆ? 4। ਇੱਥੇ ਕੀ ਬਣ ਗਿਆ? 4। ਉਹ ਕੀ ਹੋ ਗਿਆ ਆਪਣੇ ਕੋਲੇ? ਆਊਟਪੁੱਟ। ਆਊਟਪੁੱਟ ਕੀ ਹੁੰਦੀ ਹੈ? ਇਨਫੋਰਮੇਸ਼ਨ। ਇਨਫੋਰਮੇਸ਼ਨ ਆਊਟਪੁੱਟ ਕੀ ਹੁੰਦੀ ਹੈ? ਇਨਫੋਰਮੇਸ਼ਨ। ਸੋ ਕੰਪਿਊਟਰ ਅਸੈਪਟ ਡਾਟਾ ਫਰੋਮ ਇਨਪੁਟ ਡਿਵਾਈਸ ਐਂਡ ਪ੍ਰੋਸੈਸ ਇਟ ਐਂਡ ਕਨਵਰਟ ਇਨਟੂ ਯੂਜ਼ਫੁਲ ਇਨਫੋਰਮੇਸ਼ਨ। ਇੱਥੇ ਤੱਕ ਗੱਲ ਸਮਝ ਆ ਗਈ? ਰਾ ਡਾਟਾ ਪੇਪਰ ਦੇ ਵਿੱਚ ਆ ਜਾਂਦਾ ਕਿ ਰਾ ਇਨਫੋਰਮੇਸ਼ਨ ਨੂੰ ਕੀ ਕਹਿੰਦੇ ਨੇ? ਰਾ ਇਨਫੋਰਮੇਸ਼ਨ ਨੂੰ ਡਾਟਾ ਕਹਿੰਦੇ ਨੇ। ਛੋਟੀ ਛੋਟੀ ਟਰਮਸ ਨੇ, ਯਾਦ ਰੱਖਣ ਵਾਲੇ ਨੇ। ਰਾ ਦਾ ਮਤਲਬ ਹੁੰਦਾ ਕੱਚਾ,
रा का मतलब होंदा है कच्चा। ओके नैक्सट कंप्यूटर इज़ अ कॉम्बीनेशन ऑफ सॉफ्टवेयर एंड हार्डवेयर। हुण इत्थे गल की है सॉफ्टवेयर। सॉफ्टवेयर की आपां पढ़दे हां छोटे हुंदे एक डेफिनेशन होंदी है सॉफ्टवेयर की हुंदा है यह एक सैट ऑफ प्रोग्राम है, सैट ऑफ प्रोग्राम्स ओके कंप्यूटर की है सैट ऑफ प्रोग्राम्स। तो होर इहनूं आपां की कह दिंदे आ जिवें कि सॉफ्टवेयर की एग्जाम्पल की है जिहड़ा इनटैंजीबल हुंदा है, इनटैंजीबल। हुण इनटैंजीबल का मतलब की हुंदा जिन्हों आपां टच नहीं कर सकते, जिन्हों आपां टच नहीं कर सकते, जिवें कि MS ऑफिस हो गया, अंदरले गाने हो गए, वीडियोज़ हो गई, जिन्हों आपां टच नहीं कर सकते वो की है सॉफ्टवेयर है। उदों बाद आने आपां हार्डवेयर ते जिन्हों आपां टच कर सकते हैं, इहनूं आपां की कहते हैं टैंजीबल, टैंजीबल जिन्हों आपां टच कर सकते हैं वो की है कंप्यूटर दे विच हार्डवेयर। जिवें कि इहदी एग्जाम्पल की है माउस, कीबोर्ड। ओके भी जिहड़ी चीज़ां आपां टच कर सकते हैं उन्होंने आपां की कह दिंदे आ हार्डवेयर। इहनूं किते किते पैरीफिरल भी कहा जाता है, पेपर 'च हार्डवेयर की जगह पैरीफिरल लिखा आंदा है, सो कन्फ्यूज नहीं होना। पैरीफिरल भी हार्डवेयर नूं ही कहा जाता है। इत्थों तक गल समझ आ गई। नैक्सट हुण कई बार बच्चों ने पढ़िया होंदा है कि कंप्यूटर की फुल फॉर्म होंदी है, कई बुक्स भी दिखा दिंदियां ने, ठीक है कि कंप्यूटर की फुल फॉर्म होंदी है, बट ध्यान रखना है कंप्यूटर की एज सच कोई भी फुल फॉर्म नहीं होंदी। क्यों? क्योंकि कंप्यूटर आपने पहला पढ़िया कि कंप्यूट शब्द तो आया, कंप्यूट शब्द तो आया। सो जो पहले ही किसी शब्द तो आया होया उसकी फुल फॉर्म किमें हो सकती है? सो कंप्यूटर अपने आप दे विच एक फुल फॉर्म है। हाँ आप ये कह सकते हैं ये डेफिनेशन है या ये काम ने, ये यूज ने। किमें? कंप्यूटर की पढ़ते हैं आप कॉमनली ऑपरेटिंग मशीन परपजली यूज्ड फॉर टैक्नोलॉजिकल एजुकेशनल एंड रिसर्च। भी अपने की मतलब है कि जिहड़ा कंप्यूटर है वो ऑपरेट करता है, यह जी मशीन है जी ऑपरेट करती है किहदे लई? टैक्नीकल लई, एजुकेशनल परपज़ लई ते रिसर्च परपज़ लई जिहदा आपां यूज़ करते हैं। सो एक तरह ध्यान नाल देखी जाए तो ये काम ने कंप्यूटर दे, ये उहदी कोई भी फुल फॉर्म नहीं है। ओके इस तरह गल समझ आ गई। अगे टर्म रिलेटेड टू कंप्यूटर। टर्म का मतलब की हुंदा शब्द, भी किहड़े शब्द कंप्यूटर जानने लई जरूरी ने। भी कंप्यूटर जानने तो पहला आपां नूं किहड़े शब्द जानने जरूरी ने? डाटा। सब तो पहला की है डाटा। डाटा इज इन्फॉर्मेशन रिक्वायर्ड बाय द प्रोसैसर टू गिव द आउटपुट। ध्यान नाल समझो कि डाटा वो चीज़ है जो प्रोसैसर नूं चाहीदा है कादे लई? आउटपुट देण लई। ध्यान नाल समझो कि डाटा वो चीज़ है जो कंप्यूटर के प्रोसैसर नूं चाहीदी है कादे लई? आउटपुट देण लई। आउटपुट नूं आपां होर की कह दिंदे आ? इन्फॉर्मेशन। ओके आउटपुट नूं आपां की कह दिंदे आ? इन्फॉर्मेशन। आउटपुट नूं आपां की कहते हैं इन्फॉर्मेशन। सो डाटा इज इन्फॉर्मेशन रिक्वायर्ड बाय द प्रोसैसर। जो भी इधरले पासे है जो रिक्वायर्ड है, रिक्वायर्ड का मतलब भी प्रोसैसर लई जरूरी है, प्रोसैसर मंग रहा है, उन्होंने आपां की कहते हैं रिक्वायर्ड बाय द प्रोसैसर, जो प्रोसैसर लई जरूरी है की करन लई? आउटपुट देण लई। आपां फिर वही एग्जाम्पल ले लैंदे 2+2 ठीक है 2+2 हुण इत्थे प्लस है तो इत्थे की होगा? प्लस का ऑपरेशन होगा, इहनूं की कहंदे ने ऑपरेशन। ये इस टाइम की है ये डाटा 2 ते प्लस ते 2 ये तिन्ने की ने? डाटा ने। इत्थे गए इहदे उत्ते ऑपरेशन होया, अपने कोल आउटपुट की आई 4। 2+2 4 अपने कोल आउटपुट आ गई। वही चीज़ है कि डाटा इज इन्फॉर्मेशन रिक्वायर्ड बाय द प्रोसैसर। कोई भी डाटा प्रोसैसर तक जा रहा है कादे लई? आउटपुट देण लई। भी जो आउटपुट बन जूगी उन्होंने आपां डाटा कह दिंदे आ। इहदे कुछ होर ने कि डाटा इज ऑलवेज प्लूरल। प्लूरल का मतलब होंदा बहुवचन। प्लूरल का मतलब होंदा बहुवचन। एक आपां सुनिया ना बहुवचन एक वचन। सो प्लूरल की होंदा बहुवचन, एक तो ज़्यादा। डाटा हमेशा एक तो ज़्यादा होणगे, जिवें आपां देखदे हां 2+2 ये 3 चीज़ां हो गईयां। सो डाटा की है एक तो ज़्यादा होंदा ते नॉट यूजफुल विदाउट प्रोसैसिंग। हुण जे आपां इहनूं एक तरीके नाल देखीए तां इहदा कोई मतलब नहीं बनता कि 2+2 कुछ भी हो सकता है, बट इत्थे आपां नूं पता लग गया भी इहदे उत्ते ऑपरेशन होकर 4 बन गया, ये कोई एक सिंगल नंबर बन गया। ओके सो डाटा प्लूरल होंदा हमेशा ते विदाउट प्रोसैसिंग। विदाउट प्रोसैसिंग मतलब भी जब तक इहदे उत्ते कोई भी ऑपरेशन नहीं लगूगा उद तक इहदा कोई भी मतलब नहीं है, कोई वैल्यू नहीं हैगी। ओके नैक्सट इन अदर वर्ड डाटा इज कलैक्शन ऑफ अनप्रोसैस्ड आइटम्स। ध्यान नाल ये जो टर्म्स ने ना अनप्रोसैस्ड हो गया, रॉ हो गया, ये ध्यान नाल देख रहे हैं पेपर दे विच इत्थों ही क्वेश्चन बनता है। ओके इन अदर वर्ड्स डाटा इज कलैक्शन ऑफ अनप्रोसैस्ड आइटम कॉम्बीनेशन ऑफ करैक्टर नंबर एंड सिंबल्स। करैक्टर नंबर सिंबल की हो गए आप आगे देखते हैं।
ਇੱਥੇ तक गल समझ आ गई। नैक्सट हुण डाटा दी टाइप्स, डाटा किस किस टाइप का होंदा है। डाटा होंदा न्यूमैरिकल डाटा, अल्फाबैटिक डाटा ते अल्फा न्यूमैरिक डाटा। ध्यान नाल देखियो, न्यूमैरिक डाटा, अल्फाबैटिक डाटा ते अल्फा न्यूमैरिक डाटा। हुण हुंदे तां इंटीजर फ्लोटिंग होर भी ने, बट वो जदों आपां सी लैंगुएज दे विच टैक्नीकल पार्ट दे विच जावांगे उदों करांगे। हजे आपां बेसिक कर रहे हां, कंप्यूटर दी इंट्रोडक्शन। सो सब तो पहला की है न्यूमैरिक डाटा। जो आ डाटा है 0 तो लैके 9 तक का, इहनूं आपां की कह दिंदे आ न्यूमैरिक डाटा। 0 तो लैके 9 तक के डाटे नूं आपां की कह दिंदे आ न्यूमैरिक डाटा। न्यूमैरिक दा मतलब ही हुंदा नंबर। अल्फाबैटिक दे विच की आ जांदा है ए तो लैके Z तक जो भी ने। इहदे विच एक चीज़ इनकलूड हुंदी है स्पेस बार, ठीक है। स्पेस बार सब तो पेपर दे विच एक क्वेश्चन आया है कि कीबोर्ड दे विच सब तो वड्डी की किहड़ी हुंदी है, स्पेस बार। ओके, स्पेस बार। ते इहदे विच जो A to Z, वड्डी A to Z भी पेपर 'च कई बारी पुछ लैंदे ने, A to Z छोटी भी ते A to Z वड्डी भी, दोने इहदे विच इनकलूड हो जांदियां ने विद स्पेस बार। ओके, ये की है अल्फाबैटिक डाटा। ते तीजा आंदा अल्फा न्यूमैरिक डाटा, जिहदे विच की हुंदा है ए भी आ जांदा है, ए भी आ जांदा है ते आह सिंबल्स भी आ जांदे ने। जिहड़े आ सिंबल्स ने ना, आ सिंबल्स ने जिहड़ा आपां शिफ्ट ला के यूज़ करदे हां, ये सारे सिंबल्स भी इहदे विच अल्फा न्यूमैरिक डाटे विच आ जांदे ने। की देखिया आपां न्यूमैरिक डाटा की हुंदा 0 तो लैके 9 तक। अल्फाबैटिक डाटा किहड़ा हुंदा है, जिहड़ा A to Z छोटी भी, A to Z वड्डी भी। ओके, ते अल्फा न्यूमैरिक डाटा की हो गया, जिहदे विच ए भी आ गया, ए भी आ गया ते स्पैशल सिंबल्स भी आ गए, इनकलूड हो गए। हुण पेपर 'च ये नहीं आंदा, पेपर 'च आंदा कि इन्हां दी एग्जाम्पल की है। न्यूमैरिक डाटे दी एग्जाम्पल आपां की कह सकदे हां, मोबाइल नंबर। मोबाइल नंबर ओके, न्यूमैरिक डाटे दी मोबाइल नंबर हो गया, रोल नंबर हो गया। ये कादियां एग्जाम्पल्स ने न्यूमैरिक डाटे दियां। अल्फाबैटिक दी इहदे विच एक पक्का क्वेश्चन बनदा ही बनदा है कि एड्रैस, एड्रैस किस चीज़ की एग्जाम्पल है। सो एड्रैस किस चीज़ की एग्जाम्पल है, अल्फाबैटिक डाटे की। ध्यान नाल समझना, किसी ने ये नहीं सोचना भी साडे तां एड्रैस स्ट्रीट नंबर 2 स्ट्रीट नंबर 3 पैंदी है ना। एड्रैस जदों आ गया तो एड्रैस की है अल्फाबैटिक डाटा। ओके, अल्फा न्यूमैरिक दे विच आ जांदा है कि अल्फा न्यूमैरिक डाटा किहड़ा है। सो अल्फा न्यूमैरिक डाटा किहड़ा है, पासवर्ड। पासवर्ड अजकल तुसीं जदों नवें किते भी पासवर्ड लाने तो पहला कहंदा है भी इहदे विच स्पैशल करैक्टर भी होवे, अपर केस भी होवे, लोअर केस भी होवे, सारा कुछ होवे। सो तां करके पासवर्ड किस चीज़ का एग्जाम्पल है, अल्फा न्यूमैरिक डाटे का। जीमेल आईडी आपां कह सकदे हां, मेल आईडी जिहनूं कहंदे ने, जीमेल आईडी किस चीज़ की है, अल्फा न्यूमैरिक डाटे की। इत्थों तक गल समझ आ गई। नैक्सट अगला की आंदा है इन्फॉर्मेशन। हुण तक आपां ने की पढ़िया, डाटा। अगली टर्म की है इन्फॉर्मेशन। आपां पिछे पढ़िया सी कि जदों कोई भी 2+2 गया, इत्थे प्रोसैस होया उहदा, इत्थे की बन गया 4, तां ओह अपने कोले की है आउटपुट। ते आउटपुट नूं ही इन्फॉर्मेशन कह दिंदे ने। की है इहदी वर्डिंग की है कि प्रोसैस्ड डाटा इज नोन एज इन्फॉर्मेशन। आपां ने पढ़िया इत्थे प्रोसैसर है, प्रोसैस ने कुछ भी काम किया, प्रोसैस्ड का मतलब की हो गया भी जो चला गया, प्रोसैस्ड हो गया। ठीक है, विल बी प्रोसैस का मतलब भी जिहदे उत्ते प्रोसैस होना है। प्रोसैस्ड जदों लग गया, ईडी लग गया जदों, तां इहदे उत्ते काम हो गया। भी जदों इहदे उत्ते काम हो गया, ऑपरेशन हो गया, तां ओह की बन गया, इन्फॉर्मेशन। कोई भी डाटे दे उत्ते जदों काम हो गया तां ओह की बन गई, अपनी इन्फॉर्मेशन। इत्थों तक गल क्लीयर है। प्रोसैस्ड डाटा इज नोन एज इन्फॉर्मेशन। जदों डाटे दे उत्ते प्रोसैस हो गया तो की बन गया, इन्फॉर्मेशन। ओके, इट इज़ यूजफुल फॉर डिसीजन मेकिंग। हुण मान लो एक एग्जाम्पल लै लो, कोई बंदा है उन्हें जनगणना ते गया, उन्हें 5 घर चक्के। ओके, उन्हें 5 घर दे विचों सब दे डाटे लए। डाटे दे विच की आ गया भी तुहाडे घर च किन्ने जी ने, उन्हां दी तनख्वाह किन्नी है, किन्नी उन्हां दी उम्र है। उन्हें वो 5 दा सारा डाटा इकट्ठा किया। डाटा आपने देख लिया कि डाटा प्लूरल होंदा है, बहुवचन होंदा है। उन्हें सब का डाटा इकट्ठा किया, वो अपने घरे लै गया, उन्हें रिपोर्ट बनाई। उन्हें कोई भी रिपोर्ट बनाई जो उन्हें अगे अपने अफसर नूं देनी है, उन्हें अपने अफसर नूं देनी है। हुण रिपोर्ट बन के वो रिपोर्ट दे विच की लिखूगा, वो सारा जिहड़ा भी डाटा कलैक्ट किया उस की यूजफुल है आपे लभ लुभ के एक रिपोर्ट बनाऊगा। हुण वो रिपोर्ट के बेस ते की होऊगा, डिसीजन होऊगा भी उत्थे जिहड़े भी लोग रहिंदे ने उन्हां नूं किस चीज़ की लोड़ है, किस चीज़ की नहीं लोड़, की उन्हां कोले ज़्यादा है, की उन्हां कोले घट है। ओके, हुण इत्थे आपां देखदे भी डाटा दा की सी, बहुवचन सी, बहुत ज़्यादा सी, बट रिपोर्ट की है, सिंगुलर है। रिपोर्ट सिर्फ एक है, सिंगुलर मतलब एक वचन, बट जिहड़ा डाटा सी वो बहुवचन है। तो किहदे लई काम आया वो, डिसीजन मेकिंग लई। डिसीजन की सीगा भी आपां ने उन्हां लई हुण की कुछ करना चाहिए, उहदे लई वो काम आया। इत्थों तक गल समझ आ गई भी इट इज़ यूजफुल फॉर डिसीजन मेकिंग। जिहड़ी इन्फॉर्मेशन हुंदी है वो डिसीजन मेकिंग लई जरूरी हुंदी है। ओके, अगे की है, इन्फॉर्मेशन इज ऑलवेज सिंगुलर। सिंगुलर का मतलब होंदा है एक वचन।
ਆਪਾਂ ਪੜਿਆ ਸੀ ਨਾ ਉਹ ਬਹੁਵਚਨ ਪਲੂਰਲ ਹੁੰਦਾ, ਡਾਟਾ ਕੀ ਹੁੰਦਾ ਪਲੂਰਲ ਹੁੰਦਾ, ਇਹ ਕੀ ਹੁੰਦਾ ਇੱਕ ਵਚਨ। ਇੱਕ ਵਚਨ ਮਤਲਬ ਸਿੰਗਲ, ਇੱਕ। ਇਨਫੋਰਮੇਸ਼ਨ ਆਲਵੇਜ਼ ਸਿੰਗਲ, ਆਪਾਂ ਨੇ ਪੜਿਆ ਇਹ ਡਾਟਾ ਹੈ ਇੰਨਾ ਸਾਰਾ ਹੈ, ਰਿਪੋਰਟ ਕੀ ਹੈ ਇੱਕ ਸਿੰਗਲ ਹੈ, ਰਿਪੋਰਟ ਸਿੰਗਲ ਹੈ। ਜਿਹੜੀ ਜਨਗਣਨਾ ਦੇ ਵਿੱਚ ਉਹਨੇ ਡਾਟਾ ਇਕੱਠਾ ਕੀਤਾ ਉਹ ਬਹੁਵਚਨ ਹੈ। ਓਕੇ, ਅੱਗੇ ਕੀ ਕਹਿੰਦਾ, ਸਮ ਟਾਈਮ ਇਨਫੋਰਮੇਸ਼ਨ ਇਜ਼ ਆਲਸੋ ਕਾਲਡ ਆਊਟਪੁੱਟ। ਕਦੇ ਕਦੇ ਜੋ ਇਨਫੋਰਮੇਸ਼ਨ ਹੈ ਉਹਨੂੰ ਕੀ ਕਿਹਾ ਜਾਂਦਾ ਹੈ ਆਊਟਪੁੱਟ। ਆਪਾਂ ਨੇ ਪੜਿਆ ਜਿਵੇਂ 2+2 ਇਹਦੇ ਉੱਤੇ ਕੋਈ ਵੀ ਆਪਰੇਸ਼ਨ ਲੱਗ ਗਿਆ ਪਲੱਸ ਦਾ, ਇਹ ਕੀ ਬਣ ਗਿਆ 4। ਸੋ 2+2 ਕੀ ਹੋ ਗਿਆ 4। ਹੁਣ ਆਪਾਂ ਨੇ ਕਿਹਾ ਵੀ ਇਹ ਡਾਟਾ ਪ੍ਰੋਸੈਸ ਹੋਇਆ, ਇਨਫੋਰਮੇਸ਼ਨ ਬਣ ਗਿਆ। ਸੋ ਇਹੀ ਇਨਫੋਰਮੇਸ਼ਨ ਨੂੰ ਕਦੇ ਕਦੇ ਆਊਟਪੁੱਟ ਵੀ ਕਿਹਾ ਜਾਂਦਾ ਹੈ, ਆਊਟਪੁੱਟ ਵੀ ਕਿਹਾ ਜਾਂਦਾ। ਓਕੇ, ਆਰਗੇਨਾਈਜ਼ਡ ਫਾਰਮ ਆਫ ਡਾਟਾ ਇਜ਼ ਕਾਲਡ ਇਨਫੋਰਮੇਸ਼ਨ। ਧਿਆਨ ਨਾਲ ਪੇਪਰ ਦੇ ਵਿੱਚ ਐਕਚੁਅਲੀ ਪਤਾ ਕੁਐਸਚਨ ਕਿਵੇਂ ਬਣਦਾ ਕਿ ਆਰਗੇਨਾਈਜ਼ਡ ਫਾਰਮ ਆਫ ਡਾਟਾ ਨੂੰ ਕੀ ਕਿਹਾ ਜਾਂਦਾ ਹੈ। ਇਨਫੋਰਮੇਸ਼ਨ ਆਲਵੇਜ਼ ਕੀ ਹੁੰਦੀ ਹੈ, ਸਿੰਗੂਲਰ, ਪਲੂਰਲ, ਬੋਥ, ਨਨ ਆਫ ਥੀਸ। ਓਕੇ, ਸੋ ਉਹ ਚੀਜ਼ਾਂ ਹੁੰਦੀਆਂ ਨੇ ਕਿ ਇੱਥੇ ਜਿਵੇਂ ਕੁਐਸਚਨ ਬਣ ਜੂਗਾ ਕਿ ਡਿਸੀਜਨ ਮੇਕਿੰਗ ਲਈ ਕੀ ਯੂਜ਼ ਹੁੰਦਾ ਹੈ, ਡਾਟਾ ਜਾਂ ਇਨਫੋਰਮੇਸ਼ਨ। ਸੋ ਇਹ ਛੋਟੀ ਛੋਟੀ ਚੀਜ਼ਾਂ ਨਾਲ ਕੁਐਸਚਨ ਬਣਦੇ ਨੇ। ਪ੍ਰੋਸੈਸਡ ਡਾਟੇ ਨੂੰ ਕੀ ਕਿਹਾ ਜਾਂਦਾ ਹੈ, ਓਕੇ, ਇਨਫੋਰਮੇਸ਼ਨ ਕਿਹਾ ਜਾਂਦਾ ਹੈ, ਡਾਟਾ ਕਿਹਾ ਜਾਂਦਾ ਹੈ, ਮੈਮਰੀ ਕਿਹਾ ਜਾਂਦਾ ਹੈ। ਇੱਥੋਂ ਹੀ ਕੁਐਸਚਨ ਬਣਦੇ ਨੇ ਪੇਪਰ ਦੇ ਵਿੱਚ। ਸੋ ਆਹ ਕੀ ਆ ਆਰਗੇਨਾਈਜ਼ਡ ਫਾਰਮ ਆਫ ਡਾਟਾ। ਹੁਣ ਆਰਗੇਨਾਈਜ਼ ਦਾ ਮਤਲਬ ਕੀ ਆ, ਮੰਨ ਲਓ ਇੱਕ ਹੋਰ ਐਗਜ਼ਾਮਪਲ ਹੈ 2 3 0 1। ਓਕੇ, ਇਹ ਕੀ ਆ ਆਪਣੇ ਕੋਲੇ ਡਾਟਾ। ਇਹਦਾ ਹੁਣ ਐਸ ਸੱਚ ਕੋਈ ਵੀ ਮਤਲਬ ਨਹੀਂ ਕਿਉਂਕਿ ਇਹ ਇੱਕ ਰੈਂਡਮ ਡਾਟਾ ਹੈ। ਹੁਣ ਆਪਾਂ ਇਹਦੇ ਵਿੱਚ ਮੰਨ ਲਓ ਇਨਕਰੀਜ਼ਿੰਗ ਆਰਡਰ ਦਾ ਲਾਤਾ, ਇਨਕਰੀਜ਼ਿੰਗ ਆਪਾਂ ਨੇ ਇਨਕਰੀਜ਼ਿੰਗ ਦਾ ਲਾਤਾ ਇਹਦੇ ਵਿੱਚ ਕਿ ਇਨਕਰੀਜ਼ਿੰਗ ਆਰਡਰ ਦੇ ਵਿੱਚ ਲੱਗ ਜੇ। ਉਹਦੋਂ ਬਾਅਦ ਇਹ ਕੀ ਬਣ ਜੂ 0 1 2 3। ਹੁਣ ਇਹਦਾ ਇੱਕ ਪੈਟਰਨ ਬਣ ਗਿਆ, ਇਹ ਇੱਕ ਅਰੇਂਜਮੈਂਟ ਹੋ ਗਿਆ ਕਿ ਇਹ ਇਨਕਰੀਜ਼ਿੰਗ ਆਰਡਰ ਦੇ ਵਿੱਚ ਹੈ। ਪਹਿਲਾਂ ਇਹ ਸਿਰਫ ਡਾਟਾ ਸੀ, ਓਕੇ, ਉਦੋਂ ਇਹਦਾ ਕੋਈ ਆਪਣੇ ਆਪ ਦੇ ਵਿੱਚ ਕੋਈ ਮਤਲਬ ਨਹੀਂ ਸੀ, ਬਟ ਆਪਾਂ ਨੇ ਇਹਦੇ ਉੱਤੇ ਆਪਰੇਸ਼ਨ ਲਾਇਆ, ਪ੍ਰੋਸੈਸ ਲਾਇਆ, ਉਹ ਕੀ ਬਣ ਗਿਆ ਇੱਕ ਅਰੇਂਜਮੈਂਟ ਦੇ ਵਿੱਚ ਬਣ ਗਿਆ। ਉਹਨੂੰ ਆਪਾਂ ਕੀ ਕਹਿਤਾ ਇਨਫੋਰਮੇਸ਼ਨ। ਉਹੀ ਚੀਜ਼ ਹੈ ਆਰਗੇਨਾਈਜ਼ਡ ਫਾਰਮ ਆਫ ਡਾਟਾ ਇਜ਼ ਕਾਲਡ ਇਨਫੋਰਮੇਸ਼ਨ। ਕਿਸੇ ਵੀ ਤਰ੍ਹਾਂ ਦੀ ਜਿਹੜੀ ਆਰਗੇਨਾਈਜ਼ਡ ਫਾਰਮ ਹੁੰਦੀ ਹੈ ਡਾਟਾ ਦੀ, ਇਹਨੂੰ ਆਪਾਂ ਕੀ ਕਹਿ ਦਿੰਦੇ ਆ ਇਨਫੋਰਮੇਸ਼ਨ। ਓਕੇ, ਨੈਕਸਟ। ਹੁਣ ਇੱਥੇ ਕੁਝ ਚੀਜ਼ਾਂ ਨੇ ਪਾਰਟਸ ਆਫ ਕੰਪਿਊਟਰ। ਵੀ ਕੰਪਿਊਟਰ ਦੇ ਕੀ ਕੀ ਪਾਰਟਸ ਹੁੰਦੇ ਨੇ, ਜਿਵੇਂ ਕਿ ਆਪਾਂ ਪੜ੍ਹਦੇ ਆ ਮੋਨੀਟਰ ਹੈ, ਇਹ ਸਪੀਕਰ ਹੈ, ਇਹ CPU ਹੈ, ਇਹ ਦੂਜਾ ਸਪੀਕਰ ਹੈ, ਮਾਊਸ, ਕੀਬੋਰਡ, ਮਾਈਕ੍ਰੋਫੋਨ, ਹੈੱਡਫੋਨ, ਓਕੇ, ਪ੍ਰਿੰਟਰ। ਇੱਥੇ ਇਨਪੁਟ ਆਊਟਪੁੱਟ ਡਿਵਾਈਸ ਸਾਰਾ ਕੁਝ ਇਕੱਠਾ ਹੈ। ਓਕੇ, ਵੀ ਕੰਪਿਊਟਰ ਦੇ ਕੀ ਕੀ ਪਾਰਟਸ ਹੁੰਦੇ ਨੇ, ਅੱਗੇ ਆਪਾਂ ਇਹਨੂੰ ਥੋੜਾ ਜਿਹਾ ਹੋਰ ਡਿਟੇਲ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਕੀ ਹੁੰਦਾ ਇਨਪੁਟ ਯੂਨਿਟ। ਇਨਪੁਟ ਯੂਨਿਟ ਦ ਡਿਵਾਈਸ ਯੂਜ਼ਡ ਟੂ ਐਂਟਰ ਦ ਡਾਟਾ। ਇੱਕ ਚੀਜ਼ ਹੋਰ ਲਿਖ ਲਓ ਡਾਟਾ ਦੇ ਨਾਲ ਕਿ ਜੋ ਡਾਟਾ ਹੈ ਇਹ ਕਿਹਦੇ ਥਰੂ ਟਰੈਵਲ ਕਰਦਾ, ਟਰੈਵਲ ਕਰਦਾ। ਹੁਣ ਟਰੈਵਲ ਦਾ ਮਤਲਬ ਕੀ ਹੈ ਵੀ ਜਦੋਂ ਇਹ ਜਾਂਦਾ, ਜਿਵੇਂ ਆਪਾਂ ਪੜ੍ਹਦੇ ਹਾਂ ਬਿਜਲੀ ਆ ਉਹ ਤਾਰ ਨਾਲ ਜਾਂਦੀ ਹੈ ਨਾ, ਤਾਰ ਨਾਲ। ਸੋ ਜਾਂਦਾ ਇਹ ਵੀ ਵਾਇਰ ਦੇ ਨਾਲ ਹੈ, ਬਟ ਇਹਦੇ ਵਿੱਚ ਜਿਹੜੀ ਵਾਇਰ ਹੁੰਦੀ ਹੈ, ਜਿਹੜੀ ਵੀ ਵਾਇਰ ਦੇ ਥਰੂ ਡਾਟਾ ਜਾਂਦਾ ਉਹਨੂੰ ਆਪਾਂ ਕੀ ਕਹਿੰਦੇ ਆ ਬੱਸ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿ ਜਿਹਦੇ ਥਰੂ ਡਾਟਾ ਜਾਂਦਾ ਉਹਨੂੰ ਕੀ ਕਹਿੰਦੇ ਨੇ, ਉਹਨੂੰ ਬੱਸ ਕਹਿੰਦੇ ਨੇ। ਤੇ ਡਾਟਾ ਦੀ ਸਭ ਤੋਂ ਛੋਟੀ ਯੂਨਿਟ ਕਿਹੜੀ ਹੈ, ਸਭ ਤੋਂ ਛੋਟੀ ਯੂਨਿਟ ਡਾਟਾ ਦੀ ਕਿਹੜੀ ਹੈ ਬਿਟ। ਸਭ ਤੋਂ ਛੋਟੀ ਯੂਨਿਟ ਕਿਹੜੀ ਹੈ ਬਿਟ, BIT ਬਿਟ। ਤੇ ਪੇਪਰ ਦੇ ਵਿੱਚ ਇੱਕ ਕੁਐਸਚਨ ਹੋਰ ਆ ਜਾਂਦਾ ਹੈ ਕਿ ਇੱਕ ਬਿਟ, ਜਿਵੇਂ ਆ ਇੱਕ ਬਿਟ ਹੈ, ਓਕੇ, ਤਾਂ ਜਿਹੜੀ ਨਿਬਲ ਹੁੰਦੀ ਹੈ, ਨਿਬਲ, ਧਿਆਨ ਨਾਲ ਸੁਣਿਓ, ਨਿਬਲ, ਨਿਬਲ ਕਿ ਇੱਕ ਨਿਬਲ ਦੇ ਵਿੱਚ ਕਿੰਨੀਆਂ ਬਿਟਾਂ ਹੁੰਦੀਆਂ ਨੇ, ਇੱਕ ਨਿਬਲ ਦੇ ਵਿੱਚ ਕਿੰਨੀਆਂ ਬਿਟਾਂ ਹੁੰਦੀਆਂ ਨੇ 4 ਬਿਟਾਂ ਹੁੰਦੀਆਂ ਨੇ। ਧਿਆਨ ਨਾਲ ਕਿ 4 ਬਿਟਾਂ ਹੁੰਦੀਆਂ ਨੇ ਕਿੰਨੇ ਵਿੱਚ, ਇੱਕ ਨਿਬਲ ਦੇ ਵਿੱਚ। ਇੱਕ ਨਿਬਲ ਦੇ ਵਿੱਚ 4 ਬਿਟਾਂ ਹੁੰਦੀਆਂ ਨੇ, ਬਹੁਤ ਵਾਰੀ ਕੁਐਸਚਨ ਪੁੱਛਿਆ ਗਿਆ। ਤੇ 8 ਬਿਟਾਂ ਦੀ ਕੀ ਹੁੰਦੀ ਹੈ, 8 ਬਿਟ ਜਾਂ ਬਿਟਸ ਕਹਿ ਦੋ, 8 ਬਿਟਸ ਦੀ ਕੀ ਹੁੰਦੀ ਹੈ ਇੱਕ ਬਾਈਟ, ਇੱਕ ਬਾਈਟ। ਹੁਣ ਇੱਥੇ ਇੱਕ ਚੀਜ਼ ਧਿਆਨ ਦੇਣੀ ਹੈ ਕਿ ਜਿਹੜਾ ਛੋਟਾ b ਹੈ ਇਹ ਕੀ ਰਿਪਰੈਜ਼ੈਂਟ ਕਰਦਾ ਬਿਟ ਨੂੰ, ਜਿਹੜਾ ਛੋਟਾ b ਹੈ ਉਹ ਬਿਟ ਨੂੰ ਰਿਪਰੈਜ਼ੈਂਟ ਕਰਦਾ, ਤੇ ਜਿਹੜਾ ਵੱਡਾ b ਹੈ ਉਹ ਬਾਈਟ ਨੂੰ ਰਿਪਰੈਜ਼ੈਂਟ ਕਰਦਾ। ਕਦੇ ਵੀ ਕੰਪਿਊਟਰ ਦੇ ਵਿੱਚ ਜਿਹੜਾ ਛੋਟਾ b ਹੈ ਉਹ ਬਿਟ ਨੂੰ ਰਿਪਰੈਜ਼ੈਂਟ ਕਰੂਗਾ, ਜਿਹੜਾ ਵੱਡਾ b ਹੈ ਉਹ ਬਾਈਟ ਨੂੰ ਰਿਪਰੈਜ਼ੈਂਟ ਕਰੂਗਾ। ਇੱਕ ਬਿਟ ਜੋ ਹੈ ਸਿੰਪਲ ਇੱਕ ਬਿਟ ਹੈ, ਸਭ ਤੋਂ ਛੋਟੀ ਯੂਨਿਟ ਹੈ ਡਾਟੇ ਦੀ। ਇੱਕ ਨਿਬਲ ਕੀ ਹੁੰਦਾ 4 ਬਿਟਾਂ ਦਾ, ਇੱਕ ਨਿਬਲ ਜੋ ਹੁੰਦਾ 4 ਬਿਟਾਂ ਦਾ ਹੁੰਦਾ, ਤੇ 8 ਬਿਟ ਦਾ ਕੀ ਹੁੰਦਾ ਇੱਕ ਬਾਈਟ ਹੁੰਦੀ ਹੈ। ਓਕੇ, ਅੱਗੇ ਕਿੱਥੇ ਸੀ ਆਪਾਂ, ਹਾਂ, ਦ ਡਿਵਾਈਸ ਇਜ਼ ਯੂਜ਼ਡ ਟੂ ਐਂਟਰ ਦ ਡਾਟਾ ਇਜ਼ ਕਾਲਡ ਇਨਪੁਟ ਡਿਵਾਈਸ, ਦ ਡਾਟਾ ਇਜ਼ ਐਂਟਰਡ ਇਨ ਦ ਪ੍ਰੋਸੈਸਰ। ਹੁਣ ਇਹ ਕੀ ਕਹਿ ਰਿਹਾ ਵੀ ਜਿਹੜੀ ਵੀ ਡਿਵਾਈਸ, ਜੋ ਵੀ ਡਿਵਾਈਸ ਹੈ, ਇੱਥੇ ਆਪਾਂ ਚਾਹੇ ਹਾਰਡਵੇਅਰ ਕਹਿ ਸਕਦੇ ਹਾਂ, ਠੀਕ ਹੈ,
ਪੈਰੀਫेरल ਕਹਿ ਸਕਦੇ ਹਾਂ। ਯੂਜ਼ਡ ਟੂ ਐਂਟਰ ਦ ਡਾਟਾ, ਐਂਟਰ ਦ ਡਾਟਾ ਮਤਲਬ ਵੀ ਡਾਟੇ ਨੂੰ ਅੰਦਰ ਲੈ ਕੇ ਜਾਣ ਲਈ ਜੋ ਵੀ ਡਿਵਾਈਸ ਯੂਜ਼ ਹੁੰਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਆ, ਇਨਪੁਟ ਡਿਵਾਈਸ। ਦ ਡਾਟਾ ਇਜ਼ ਐਂਟਰਡ ਇਨ ਦ ਪ੍ਰੋਸੈਸਰ, ਜੋ ਡਾਟਾ ਹੈ ਉਹ ਕਿੱਥੇ ਐਂਟਰ ਹੁੰਦਾ ਹੈ, ਪ੍ਰੋਸੈਸਰ ਦੇ ਵਿੱਚ ਹੁੰਦਾ ਹੈ। ਪੇਪਰ ਦੇ ਵਿੱਚ ਇਹ ਵੀ ਕੁਐਸਚਨ ਆਇਆ ਹੋਇਆ ਕਿ ਡਾਟਾ ਕਿੱਥੇ ਐਂਟਰ ਹੁੰਦਾ, ਉਹ ਪ੍ਰੋਸੈਸਰ ਦੇ ਵਿੱਚ ਐਂਟਰ ਹੁੰਦਾ ਹੈ। ਇੱਥੇ ਐਗਜ਼ਾਮਪਲਸ ਕੀ ਨੇ, ਲਾਈਟ ਪੈਨ, ਮਾਊਸ, ਵੈਬਕੈਮ, ਡਿਜੀਟਲ ਕੈਮਰਾ, ਇਹਨੂੰ ਮਾਈਕ ਕਹਿ ਦਿੰਦੇ ਚਾਹੇ ਮਾਈਕ੍ਰੋਫੋਨ ਕਹਿ ਦਿੰਦੇ ਨੇ, ਸਕੈਨਰ, ਪੈਨ ਬੁੱਕ, ਜੋਇਸਟਿਕ। ਓਕੇ, ਤੇ ਆਹ ਕੀ ਹੈ, ਕੀਬੋਰਡ ਹੈ। ਇਹ ਕੁਝ ਚੀਜ਼ਾਂ ਨੇ ਜੋ ਇਨਪੁਟ ਡਿਵਾਈਸਿਸ ਨੇ। ਓਕੇ, ਇਹ ਕੁਝ ਚੀਜ਼ਾਂ ਨੇ ਜੋ ਇਨਪੁਟ ਡਿਵਾਈਸਿਸ ਨੇ। ਓਕੇ, ਨੈਕਸਟ ਅੱਗੇ ਆਪਾਂ ਦੇਖਦੇ ਹਾਂ ਪ੍ਰੋਸੈਸਿੰਗ ਯੂਨਿਟ ਕੀ ਹੁੰਦੀ ਹੈ। ਪ੍ਰੋਸੈਸਿੰਗ ਯੂਨਿਟ, ਪ੍ਰੋਸੈਸ ਦਾ ਮਤਲਬ ਹੁੰਦਾ ਕੰਮ ਕਰਨਾ, ਆਪਰੇਸ਼ਨ ਕਰਨਾ। ਓਕੇ, ਦ ਪਾਰਟ ਆਫ ਦ ਕੰਪਿਊਟਰ ਵਿਚ ਇਜ਼ ਯੂਜ਼ਡ ਟੂ ਕੈਲਕੂਲੇਟ ਔਰ ਪ੍ਰੋਸੈਸ ਦ ਇਨਪੁਟ ਡਾਟਾ ਇਜ਼ ਕਾਲਡ ਪ੍ਰੋਸੈਸਿੰਗ ਯੂਨਿਟ। ਇੱਥੇ ਕੀ ਕਹਿ ਰਿਹਾ, ਦ ਪਾਰਟ ਆਫ ਕੰਪਿਊਟਰ, ਕੰਪਿਊਟਰ ਦਾ ਉਹ ਹਿੱਸਾ ਵਿਚ ਇਜ਼ ਯੂਜ਼ਡ ਟੂ, ਜਿਹੜਾ ਕਿ ਯੂਜ਼ ਹੁੰਦਾ ਹੈ ਕੈਲਕੂਲੇਟ ਕਰਨ ਲਈ ਜਾਂ ਪ੍ਰੋਸੈਸ ਕਰਨ ਲਈ ਇਨਪੁਟ ਡਾਟਾ, ਵੀ ਜਿਹੜਾ ਵੀ ਕੈਲਕੂਲੇਟ ਕਰਦਾ, ਗਣਨਾ ਕਰਦਾ, ਸੌਰੀ, ਕਿ ਪ੍ਰੋਸੈਸ ਕਰਦਾ, ਉਹਦੇ ਉੱਤੇ ਕੋਈ ਕੰਮ ਕਰਦਾ, ਕਿਹਦੇ ਉੱਤੇ, ਇਨਪੁਟ ਡਾਟੇ ਦੇ ਉੱਤੇ, ਉਹਨੂੰ ਆਪਾਂ ਕੀ ਕਹਿੰਦੇ ਆ, ਪ੍ਰੋਸੈਸਿੰਗ ਯੂਨਿਟ। ਹੁਣ ਮੰਨ ਲਓ ਕੋਈ ਆਪਾਂ ਗਾਣਾ ਹੈ, ਮੰਨ ਲਓ ਕੋਈ ਵੀ ਗਾਣਾ ਹੈ, ਉਹ ਪਲੇ ਕਰਦੇ ਹਾਂ, ਤਾਂ ਜਦੋਂ ਉਹ ਗਾਣਾ ਪਿਆ, ਉਹ ਆਪਣੇ ਕੰਪਿਊਟਰ ਦੇ ਵਿੱਚ ਪਿਆ ਤਾਂ ਉਹ ਸਟੋਰ ਹੈ। ਜਦੋਂ ਆਪਣੇ ਕੰਪਿਊਟਰ ਦੇ ਵਿੱਚ ਪਿਆ ਹੈ ਤਾਂ ਉਹ ਸਟੋਰ ਹੈ, ਬਟ ਜਦੋਂ ਉਹ ਪਲੇ ਹੋ ਗਿਆ ਤਾਂ ਉਹ ਕਿੱਥੇ ਵਗ ਗਿਆ, ਪ੍ਰੋਸੈਸਿੰਗ ਯੂਨਿਟ ਦੇ ਵਿੱਚ, ਕਿਉਂਕਿ ਉਹਦੇ ਉੱਤੇ ਹੁਣ ਕੰਮ ਹੋਣ ਲੱਗ ਗਿਆ। ਓਕੇ, ਕੋਈ ਵੀ ਗਾਣਾ ਹੈ ਉਹ ਜਦੋਂ ਪਿਆ ਤਾਂ ਉਹ ਸਟੋਰੇਜ ਫਾਰਮ ਦੇ ਵਿੱਚ ਹੈ, ਜਦੋਂ ਉਹਦੇ ਉੱਤੇ ਚੱਲਣ ਲੱਗ ਗਿਆ, ਉਹ ਪਲੇ ਹੋਣ ਲੱਗ ਗਿਆ, ਤਾਂ ਉਹ ਪ੍ਰੋਸੈਸ ਦੇ ਵਿੱਚ ਆ ਗਿਆ, ਤੇ ਉਹ ਕਿੱਥੇ ਪਲੇ ਹੋਊਗਾ, ਪ੍ਰੋਸੈਸਿੰਗ ਯੂਨਿਟ ਦੇ ਵਿੱਚ। ਇੱਥੇ ਆਪਾਂ ਥੋੜਾ ਹੋਰ ਧਿਆਨ ਨਾਲ ਦੇਖਦੇ ਹਾਂ, ਆਹ ਕੀ ਹੈ, ਇਨਪੁਟ ਯੂਨਿਟ ਹੈ। ਇੱਥੇ ਇੱਕ ਚੀਜ਼ ਹੋਰ ਦੇਖੋ ਕਿ ਕਦੇ ਵੀ ਜਿਹੜਾ ਪ੍ਰੋਸੈਸਰ ਹੈ, ਪੇਪਰ ਦੇ ਵਿੱਚ ਆ ਜਾਂਦਾ, ਪ੍ਰੋਸੈਸਰ ਕਿਹਦਾ ਕੰਬੀਨੇਸ਼ਨ ਹੈ, ਪ੍ਰੋਸੈਸਰ ALU ਤੇ ਕੰਟਰੋਲ ਯੂਨਿਟ ਦਾ ਕੰਬੀਨੇਸ਼ਨ ਹੈ। ਹੁਣ ALU ਦੀ ਫੁੱਲ ਫਾਰਮ ਕੀ ਹੈ, ਅਰਿਥਮੈਟਿਕ ਲੌਜੀਕਲ ਯੂਨਿਟ। ਓਕੇ, ਅਰਿਥਮੈਟਿਕ ਲੌਜੀਕਲ ਯੂਨਿਟ, ਇਹ ਕਿਹਦੀ ਫੁੱਲ ਫਾਰਮ ਹੈ, ALU ਦੀ, ਕੰਟਰੋਲ ਯੂਨਿਟ ਐਂਡ ਮੈਮਰੀ ਯੂਨਿਟ। ਦੇਖੋ ਧਿਆਨ ਨਾਲ ਦੇਖੋ, ਜੋ ਪ੍ਰੋਸੈਸਰ ਹੈ, ਜਿਹਨੂੰ ਪ੍ਰੋਸੈਸਰ ਆਪਾਂ ਕਹਿੰਦੇ ਹਾਂ ਨਾ, ਉਹਦੇ ਵਿੱਚ ਸਿਰਫ ਇਹ ਦੋ ਚੀਜ਼ਾਂ ਹੁੰਦੀਆਂ ਨੇ, ਮੇਨ ਮੈਮਰੀ ਪ੍ਰੋਸੈਸਰ ਦਾ ਪਾਰਟ ਨਹੀਂ ਹੁੰਦਾ। ਧਿਆਨ ਨਾਲ ਦੇਖਿਓ ਕਿ ਮੇਨ ਮੈਮਰੀ ਪ੍ਰੋਸੈਸਰ ਦਾ ਪਾਰਟ ਨਹੀਂ ਹੁੰਦਾ, ਪ੍ਰੋਸੈਸਰ ਦਾ ਪਾਰਟ ਕੀ ਹੈ, ALU ਤੇ ਕੰਟਰੋਲ ਯੂਨਿਟ। ਓਕੇ, ਇੱਕ ਚੀਜ਼ ਹੋਰ ਦੇਖ ਲਓ ਕਿ ਮੇਨ ਮੈਮਰੀ ਦੇ ਵਿੱਚ ਕਿਹੜੇ ਕਿਹੜੇ ਪਾਰਟ ਆਉਂਦੇ ਨੇ, RAM, ROM ਤੇ ਕੈਸ਼ੇ ਮੈਮਰੀ। ਹੁਣ ਇਹਦੇ ਵਿੱਚ ਕੀ ਖਾਸ ਗੱਲ ਹੈ, ਜਿਹੜੀ RAM ਤੇ ਕੈਸ਼ ਹੈ ਇਹ ਵੋਲੇਟਾਈਲ ਹੁੰਦੀ ਹੈ। ਧਿਆਨ ਨਾਲ ਦੇਖਿਓ, ਵੋਲੇਟਾਈਲ। ਹੁਣ ਵੋਲੇਟਾਈਲ ਦਾ ਮਤਲਬ ਕੀ ਹੈ, ਵੋਲੇਟਾਈਲ ਦਾ ਮਤਲਬ ਕੀ ਹੁੰਦਾ, ਜਦੋਂ ਲਾਈਟ ਚਲੀ ਗਈ, ਮੰਨ ਲਓ ਕੋਈ ਵੀ ਆਪਾਂ ਕੰਮ ਕਰ ਰਹਾ ਇਹਦੇ ਉੱਤੇ, ਕੰਪਿਊਟਰ ਦੇ ਉੱਤੇ, ਤੇ ਲਾਈਟ ਚਲੀ ਗਈ ਤਾਂ RAM ਤੇ ਕੈਸ਼ੇ ਮੈਮਰੀ ਦਾ ਜਿਹੜਾ ਡਾਟਾ ਹੈ ਉਹ ਰਿਮੂਵ ਹੋ ਜਾਊਗਾ ਆਪਣੇ ਆਪ। ਓਕੇ, ਜਿਹੜਾ RAM ਤੇ ਕੈਸ਼ੇ ਮੈਮਰੀ ਦਾ ਡਾਟਾ ਤੇ ਆਪਾਂ ਕੰਮ ਕਰ ਰਹੇ ਹਾਂ, ਮੰਨ ਲਓ ਕੋਈ ਕੰਮ ਕਰ ਰਹੇ ਤੇ RAM ਤੇ ਕੈਸ਼ੇ ਮੈਮਰੀ ਦੇ ਵਿੱਚ ਕੋਈ ਡਾਟਾ ਪਿਆ, ਬਟ ਜਦੋਂ ਪਾਵਰ ਆਫ ਹੋ ਗਈ ਤੇ ਦੁਬਾਰਾ ਆਈ ਤਾਂ ਉਹਦੇ ਵਿੱਚੋਂ ਉਹ ਜਿਹੜਾ ਡਾਟਾ ਹੈ ਉਹ ਰਿਮੂਵ ਹੋ ਜਾਊਗਾ, ਬਟ ROM ਦੇ ਵਿੱਚ ਇੱਦਾਂ ਨਹੀਂ ਹੁੰਦਾ। ਤਾਂ ਕਰਕੇ RAM ਤੇ ਕੈਸ਼ੇ ਨੂੰ ਵੋਲੇਟਾਈਲ ਕਹਿੰਦੇ ਨੇ, ਤੇ ਜਿਹੜੀ ROM ਹੈ ਉਹਨੂੰ ਆਪਾਂ ਨੌਨ ਵੋਲੇਟਾਈਲ ਕਹਿ ਦਿੰਦੇ ਹਾਂ, ਨੌਨ ਵੋਲੇਟਾਈਲ, ਵੀ ਉਹਦੇ ਵਿੱਚ ਇੱਦਾਂ ਨਹੀਂ ਹੁੰਦਾ। ਗੱਲ ਸਮਝ ਆ ਗਈ ਇੱਥੋਂ ਤੱਕ? ਕੀ ਸੀਗਾ, ਦ ਪਾਰਟ ਆਫ ਕੰਪਿਊਟਰ ਵਿਚ ਇਜ਼ ਯੂਜ਼ਡ ਟੂ ਕੈਲਕੂਲੇਟ ਪ੍ਰੋਸੈਸ ਦ ਇਨਪੁਟ ਡਾਟਾ ਇਜ਼ ਕਾਲਡ ਪ੍ਰੋਸੈਸਿੰਗ ਯੂਨਿਟ। ਓਕੇ, ਇਹਦੇ ਵਿੱਚ ਕੀ ਹੁੰਦਾ, ਇਨਪੁਟ ਡਾਟਾ ਗਿਆ, ਇੱਥੇ ਪ੍ਰੋਸੈਸ ਹੋਇਆ ਤੇ ਇੱਥੇ ਆਊਟਪੁੱਟ ਆ ਗਈ ਆਪਣੀ, ਕੋਈ ਵੀ ਆਊਟਪੁੱਟ ਹੈ। ਠੀਕ ਹੈ, ਜਿਹੜਾ ਇਹ ਪ੍ਰੋਸੈਸਰ ਹੈ, ਡਾਟਾ, ਇਹ ਜੋ ਵੀ ਆਪਣਾ ਡਾਟਾ ਉਹ ਲੈਂਦਾ ਕਿੱਥੋਂ ਹੈ, ਇਨਪੁਟ ਯੂਨਿਟ ਤੋਂ ਮੇਨ ਮੈਮਰੀ ਤੱਕ ਆਉਂਦਾ ਹੈ, ਮੇਨ ਮੈਮਰੀ ਤੋਂ ਫਿਰ ਇਹ ਲੈਂਦਾ ਵੀ ਮੇਨ ਮੈਮਰੀ ਤੋਂ ਹੈ, ਤੇ ਆਪਣਾ ਜਿਹੜਾ ਰਿਜ਼ਲਟ ਹੈ ਪਹਿਲਾਂ ਮੇਨ ਮੈਮਰੀ ਨੂੰ ਦਿੰਦਾ, ਉਹ ਤੋਂ ਬਾਅਦ ਆਊਟਪੁੱਟ ਤੱਕ ਜਾਂਦਾ ਹੈ। ਓਕੇ, ਇਟ ਕੰਸਿਸਟ ਆਫ ਅਰਿਥਮੈਟਿਕ ਲੌਜੀਕਲ ਯੂਨਿਟ, ਇਹਦੀ ਫੁੱਲ ਫਾਰਮ ਜ਼ਰੂਰ ਯਾਦ ਕਰ ਲਿਓ, ALU ਦੀ ਪੁੱਛੀ ਜਾਂਦੀ ਹੈ, ਕਿ ਕੰਟਰੋਲ ਯੂਨਿਟ ਤੇ ਮੈਮਰੀ ਯੂਨਿਟ। ਓਕੇ, ਕਈ ਵਾਰੀ ਇੱਥੇ CU ਤੇ MU ਵੀ ਆ ਜਾਂਦਾ, CU, MU ਜਾਂ MM, ਮੇਨ ਮੈਮਰੀ, ਇਹਨੂੰ ਆਪਾਂ ਮੇਨ ਮੈਮਰੀ। ਓਕੇ, ਮੈਮਰੀ ਯੂਨਿਟ ਜਾਂ ਮੇਨ ਮੈਮਰੀ, ਇਹਦੀ ਫੁੱਲ ਫਾਰਮਸ ਆ ਜਾਂਦੀਆਂ ਨੇ। ਓਕੇ, ਅੱਗੇ ਕੀ ਆ ਜਾਂਦਾ ਆਪਣੇ ਕੋਲ, ਆਊਟਪੁੱਟ ਯੂਨਿਟ। ਆਊਟਪੁੱਟ ਯੂਨਿਟ ਆਪਾਂ ਨੂੰ ਜਿਵੇਂ ਪਤਾ ਲੱਗਦਾ, ਆਊਟ ਦਾ ਮਤਲਬ ਬਾਹਰ ਆਇਆ, ਬਾਹਰ ਆਇਆ ਦਾ ਮਤਲਬ ਦ ਡਿਵਾਈਸ ਇਨ ਕੰਪਿਊਟਰ ਆਰ ਯੂਜ਼ਡ ਫॉर ਡਿਸਪਲੇ ਦ ਆਊਟਪੁੱਟ।
ਜੋ ਵੀ ਆਊਟਪੁੱਟ ਨੂੰ ਡਿਸਪਲੇ ਕਰਨ ਲਈ ਚੀਜ਼ਾਂ ਯੂਜ਼ ਹੁੰਦੀਆਂ ਨੇ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਆਊਟਪੁੱਟ ਯੂਨਿਟ। ਜੋ ਵੀ ਆਊਟਪੁੱਟ, ਜੋ ਆਪਣਾ ਡਾਟਾ ਹੈ, ਇਨਫੋਰਮੇਸ਼ਨ ਹੈ, ਉਹ ਦਿਖਾਉਣ ਲਈ ਜੋ ਵੀ ਚੀਜ਼ਾਂ ਯੂਜ਼ ਹੁੰਦੀਆਂ ਨੇ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਆਊਟਪੁੱਟ, ਵਿਚ ਇਜ਼ ਗਿਵਨ ਬਾਏ ਦਾ ਪ੍ਰੋਸੈਸਰ। ਆਪਾਂ ਫੇਰ ਉਹੀ ਗੱਲ ਆ ਗਈ ਜਿਵੇਂ 2+2 ਸੀ, ਓਕੇ, ਪ੍ਰੋਸੈਸ ਹੋਇਆ, ਇਹ ਕੀ ਬਣ ਗਿਆ 4। ਹੁਣ ਇਹਨੂੰ ਦਿੱਤਾ ਕਿਹਨੇ, ਪ੍ਰੋਸੈਸਰ ਨੇ। ਤਾਂ ਇੱਥੋਂ ਆਪਾਂ ਇੱਕ ਹੋਰ ਕੁਐਸਚਨ ਕੀ ਬਣ ਜਾਂਦਾ, ਪ੍ਰੋਸੈਸਰ ਤੋਂ ਜੋ ਵੀ ਚੀਜ਼ ਆਈ, ਬਾਹਰ ਆਈ, ਉਹਨੂੰ ਆਪਾਂ ਕੀ ਕਹਤਾ, ਆਊਟਪੁੱਟ। ਇਹਨੂੰ ਹੀ ਆਪਾਂ ਇਨਫੋਰਮੇਸ਼ਨ ਕਹਿੰਦੇ ਆ, ਇਹਨੂੰ ਹੀ ਆਪਾਂ ਆਊਟਪੁੱਟ ਕਹਿ ਦਿੰਦੇ ਆ। ਦ ਡਿਵਾਈਸਿਸ in the computer are used for display the output which is given by the processor is called output। ठीक है, ਹੁਣ ਇੱਥੇ ਇੱਕ ਛੋਟੀ ਚੀਜ਼ ਹੋਰ ਬਣਦੀ ਆ। ਆਹ ਕੀ ਚੀਜ਼ ਹੈ, ਇਹ ਹੈ ਪਲੋਟਰ। ਇਹਨੂੰ ਕੀ ਕਹਿੰਦੇ ਨੇ, ਪਲੋਟਰ, ਪਲੋਟਰ, PLOTTER। ਆ ਕੀ ਹੈ, ਪ੍ਰੋਜੈਕਟਰ, LED, ਪ੍ਰਿੰਟਰ, ਮੋਨੀਟਰ ਤੇ ਸਪੀਕਰ। ਇਹ ਸਾਰੇ ਕੀ ਨੇ, ਆਊਟਪੁੱਟ ਡਿਵਾਈਸ ਨੇ। ਬਟ ਇਹ ਕੀ ਹੈ, ਇਹ ਹੈ ਪਲੋਟਰ, ਪਲੋਟਰ। ਹੁਣ ਪੇਪਰ ਦੇ ਵਿੱਚ ਇੱਕ ਛੋਟਾ ਜਿਹਾ ਕੁਐਸਚਨ ਆਂਦਾ ਹੈ ਕਿ ਸਭ ਤੋਂ ਜ਼ਿਆਦਾ ਹਾਈ ਡੈਫੀਨੇਸ਼ਨ ਦੇ ਵਿੱਚ ਆਊਟਪੁੱਟ ਕਿਸ ਦੀ ਹੁੰਦੀ ਹੈ। ਸਭ ਤੋਂ ਜ਼ਿਆਦਾ ਹਾਈ ਡੈਫੀਨੇਸ਼ਨ ਦੇ ਵਿੱਚ ਆਊਟਪੁੱਟ ਕਿਹਦੀ ਹੁੰਦੀ ਹੈ, ਪਲੋਟਰ ਦੀ। ਇਹ ਇੱਕ ਪ੍ਰਿੰਟਰ ਹੀ ਹੁੰਦਾ, ਸਮਝ ਲਓ। ਪ੍ਰਿੰਟਰ ਦਾ ਵੱਡਾ ਪਾਰਟ ਹੁੰਦਾ ਜਿਹਦੇ ਵਿੱਚ ਫਲੈਕਸਾਂ ਜਾਂ ਵੱਡੇ ਜਿਹੜੇ ਵੀ ਪੈਂਪਲੇਟਸ ਹੁੰਦੀਆਂ ਨੇ ਉਹ ਪ੍ਰਿੰਟ ਹੁੰਦੀਆਂ ਨੇ, ਓਕੇ। ਜਿਵੇਂ ਇਹਦੇ ਵਿੱਚ ਸਿੰਪਲ A4 ਸਾਈਜ਼ ਦੇ ਪੇਪਰ ਹੁੰਦੇ ਨੇ, ਬਟ ਇਹਦੇ ਵਿੱਚ ਜਿਹੜੀ ਵੱਡੀ ਜਿਹਦੇ ਵਿੱਚ ਆਪਾਂ ਨੂੰ ਹਾਈ ਡੈਫੀਨੇਸ਼ਨ ਦੀ ਲੋੜ ਆ, ਹਾਈ ਡੈਫੀਨੇਸ਼ਨ ਹੁੰਦਾ HD, ਜਿਹਨੂੰ ਆਪਾਂ HD ਕਹਿ ਦਿੰਦੇ ਹਾਂ। ਜਿਹਦੇ ਵਿੱਚ ਆਪਾਂ ਨੂੰ HD ਤੇ ਵੱਡਾ ਚਾਹੀਦਾ ਹੁੰਦਾ, ਉਹਦੇ ਲਈ ਆਪਾਂ ਪਲੋਟਰ ਯੂਜ਼ ਕਰਦੇ ਹਾਂ, ਓਕੇ। ਇੱਥੋਂ ਆਪਣਾ ਕੀ ਪਤਾ ਲੱਗਦਾ ਹੈ, ਆਊਟਪੁੱਟ ਯੂਨਿਟ ਬਾਰੇ। ਆਊਟਪੁੱਟ ਯੂਨਿਟ ਕੀ ਹੁੰਦੀ ਹੈ। ਕੁਝ ਕੁਐਸਚਨਸ ਨੇ ਜਿਹੜੇ ਪੁਰਾਣੇ ਪੇਪਰਾਂ ਦੇ ਵਿੱਚ ਆਏ ਹੋਏ ਨੇ, ਓਕੇ, MCQ ਨੇ। ਸਭ ਤੋਂ ਪਹਿਲਾਂ ਕੀ ਹੈ, ਨਰਵ ਸਿਸਟਮ ਆਫ ਕੰਪਿਊਟਰ ਇਜ਼ ਕਾਲਡ। ਨਰਵ ਸਿਸਟਮ, ਹੁਣ ਧਿਆਨ ਰੱਖਣਾ ਪੇਪਰ ਦੇ ਵਿੱਚ ਕੰਪਿਊਟਰ ਦਾ ਬ੍ਰੇਨ ਵੀ ਹੁੰਦਾ, ਬ੍ਰੇਨ ਆਫ ਕੰਪਿਊਟਰ ਕਿਹਨੂੰ ਕਹਿੰਦੇ ਨੇ, ਤੇ ਇੱਥੇ ਕੀ ਹੈ, ਨਰਵ ਸਿਸਟਮ। ਨਰਵ ਸਿਸਟਮ ਕਿਹਨੂੰ ਕਿਹਾ ਜਾਂਦਾ, ਕੰਪਿਊਟਰ ਦਾ। ਰੈਮ ਨੂੰ ਨਹੀਂ ਕਿਹਾ ਜਾਂਦਾ। CPU ਕੀ ਹੁੰਦਾ, ਬ੍ਰੇਨ ਆਫ ਕੰਪਿਊਟਰ। ਇਹਨੂੰ ਧਿਆਨ ਨਾਲ ਲਿਖ ਲਓ ਕਿ ਬ੍ਰੇਨ ਆਫ, ਵੀ ਕੰਪਿਊਟਰ ਦਾ ਦਿਮਾਗ ਕਿਹਾ ਜਾਂਦਾ, ਓਕੇ। ਕੰਪਿਊਟਰ ਦਾ ਦਿਮਾਗ ਕਿਹਨੂੰ ਕਿਹਾ ਜਾਂਦਾ, CPU ਨੂੰ। ਨਰਵ ਸਿਸਟਮ ਕਿਹਨੂੰ ਕਿਹਾ ਜਾਂਦਾ, CU ਨੂੰ। CU ਕੀ ਹੁੰਦਾ, ਕੰਟਰੋਲ ਯੂਨਿਟ, ਕੰਟਰੋਲ ਯੂਨਿਟ। CU ਕੀ ਹੁੰਦਾ, ਕੰਟਰੋਲ ਯੂਨਿਟ। ਮੈਮਰੀ ਨੂੰ ਬਿਲਕੁਲ ਵੀ ਨਹੀਂ ਕਿਹਾ ਜਾਂਦਾ। ਨਰਵ ਸਿਸਟਮ, ਨਰਵ ਦਾ ਮਤਲਬ ਕੀ ਹੁੰਦਾ, ਜੋ ਆਪਣੇ ਦਿਮਾਗ ਨੂੰ ਸੰਕੇਤ ਦਿੰਦੀ ਹੈ ਵੀ ਕੀ ਕੰਮ ਕਿਵੇਂ ਕਰਨਾ ਹੈ, ਕੀ ਕੰਮ ਕਿਵੇਂ ਕਰਨਾ ਹੈ। ਤੇ CU ਦਾ ਇੱਥੇ ਕੰਮ ਕੀ ਹੁੰਦਾ, ਆਪਾਂ ਨੇ ਪੜ੍ਹਿਆ ALU ਤੇ CU, ਤੇ ਇੱਥੋਂ ਇਨਪੁਟ ਆਈ, ਪਿੱਛੇ ਪੜ੍ਹ ਕੇ ਹਟਿਆ ਨਾ, ਇੱਥੇ ਆਊਟਪੁੱਟ ਗਈ। ਹੁਣ CU ਦਾ ਕੰਮ ਕੀ ਹੁੰਦਾ, ਵੀ ਇੱਥੋਂ ਕਿੰਨਾ ਡਾਟਾ ਇੱਥੇ ਆਊਗਾ, ਇੱਥੋਂ ਕਿੰਨਾ ਡਾਟਾ ਬਾਹਰ ਜਾਊਗਾ, ਕਿੰਨੇ ਟਾਈਮ ਲਈ ਇਹਨੇ ਸਟੋਰ ਕਰਕੇ ਰੱਖਣਾ, ਕਿੰਨੇ ਟਾਈਮ ਦੇ ਬਾਅਦ ਇਹਨੇ ਦੇ ਦੇਣਾ। ਇਹ ਸਾਰਾ ਜਿਹੜਾ ਫਲੋ ਹੈ, ਇਹਨੂੰ ਕਹਿੰਦੇ ਨੇ ਫਲੋ ਆਫ ਡਾਟਾ, ਫਲੋ ਆਫ ਡਾਟਾ। ਇਹ ਜਿਹੜਾ ਸਾਰਾ ਵੀ ਫਲੋ ਹੈ ਉਹਨੂੰ ਕੌਣ ਕੰਟਰੋਲ ਕਰਦਾ, CU। ਸੋ ਤਾਂ ਕਰਕੇ ਕਹਿੰਦੇ ਨੇ ਨਰਵ ਸਿਸਟਮ ਆਫ ਕੰਪਿਊਟਰ ਕਿਸ ਨੂੰ ਕਿਹਾ ਜਾਂਦਾ ਹੈ, CU ਨੂੰ। ਗੱਲ ਸਮਝ ਆ ਗਈ, ਓਕੇ। ਨੈਕਸਟ, ਅਗਲਾ ਕੁਐਸਚਨ मैंने बार बार पढ़ाया कि CPU कंसिस्ट ऑफ ALU एंड CU। आ बिल्कुल नहीं है, रोम ते ALU, रैम ते रोम है नहीं, आल बिल्कुल नहीं। सो मैंने पढ़ाया कि ਜਿਹੜਾ CPU है वो किहदे नाल मिल के बनता है, ALU ते CU। ALU की फुल फॉर्म अरिथमैटिक लॉजिकल यूनिट ते CU की कंट्रोल यूनिट, ओके। नैक्सट, अगला क्वेश्चन की कहता है, द आउटपुट गिवन बाय द प्रोसैसर इज कॉल्ड। जो भी प्रोसैसर चों आपां ने पढ़िया, जिवें 2+2 सी, इत्थे कोई काम होया प्रोसैसर दे विच, इत्थों आउटपुट आई। द आउटपुट गिवन बाय द प्रोसैसर इज कॉल्ड। जो भी प्रोसैसर ने अपनी आउटपुट दी उन्होंने की कहते हैं, डाटा कहते हैं, बिल्कुल नहीं। मैमरी कहते हैं, जमा नहीं। उस तो बाद की कहते हैं, इनफॉर्मेशन। मैं दसिया कि आउटपुट तो इनफॉर्मेशन सेम होंदियां ने। जो भी प्रोसैसर तो बाहर आया उन्होंने आपां आउटपुट भी कह सकते हैं, इनफॉर्मेशन भी कह सकते हैं, ओके। इनफॉर्मेशन भी कह सकते हैं। सो प्रोसैस नहीं होंदा, जो आउटपुट गिवन बाय द प्रोसैसर इज कॉल्ड इनफॉर्मेशन, ओके। अगला की है, रा आइटम। रा का मतलब कच्चा, आप पहला कर चुके। रा आइटम गिवन टू द प्रोसैसर इज कॉल्ड। ਜਿਹੜੀਆਂ भी रा आइटम्स ने, रा इंस्ट्रक्शंस कहा जाता है किते, ओके। रा आइटम गिवन टू द प्रोसैसर, जो भी प्रोसैसर के विच गईयां, आ प्रोसैसर है, इतों आउटपुट आती है। जो भी रा आइटम्स प्रोसैसर के विच गईयां उन्होंने आपां की कहने, डाटा। इनफॉर्मेशन नहीं कहते क्योंकि इनफॉर्मेशन प्रोसैसर तो बाहर आती है, बट इत्थे प्रोसैसर के जो चीज़ जा रही है उन्होंने आपां की कहने, डाटा, ओके। अगे बहुत ही ज़्यादा मेन क्वेश्चन कि कैपेसिटी ऑफ कंप्यूटर की है।
कैपेसिटी कंप्यूटर की की कैपेसिटी है, लिमिटेड है, अनलिमिटेड है, हाई है, लो है। ओके, कई देखते हैं कि कंप्यूटर इन्ना कुछ होंगे अनलिमिटेड होगी, बट नहीं, कंप्यूटर की कैपेसिटी लिमिटेड है। आप देखते हैं ना 32 बिट का है जी, 64 बिट का है जी, वो एक कैपेसिटी है वो भी, वो तो ज़्यादा वो काम कर नहीं सकता। ठीक है, वो एक कैपेसिटी है कि वो तो ज़्यादा वो काम नहीं कर सकता। आप कह दें भी ये 1 टेराबाइट है जी, ठीक है, 500 GB है। सो वो कुछ कंडीशनस ने भी वो उन्ना ही अपना काम कर सकता, वो तो ज़्यादा वो काम नहीं कर सकता। सो कैपेसिटी ऑफ कंप्यूटर आप की कहांगे, लिमिटेड है। ध्यान रखना है इस गल, कैपेसिटी ऑफ कंप्यूटर लिमिटेड है। अगला क्वेश्चन की है, डैश इज प्रोसैसड इन प्रोसैसर। प्रोसैसर दे विच की चीज़ प्रोसैस होंदी है, किहदे उत्ते काम हुंदा है, इनफॉर्मेशन ते नहीं, एल्गोरिथम ते जमा नहीं, डाटा कॉपी नहीं। किहदे उत्ते काम हुंदा है, डाटे दे उत्ते। जदों प्रोसैसर है कोई भी प्रोसैसर है उहदे विच की आऊगा, डाटा। फिर काम किहदे उत्ते होऊगा, जदों विच डाटा आऊगा तो काम डाटे ते ही होऊगा। सो डाटे दे उत्ते काम हुंदा है प्रोसैसर दे विच। ओके, CPU स्टैंड्स फॉर बेसिक डेफिनेशन के CPU की होंगे, CPU की होंगे सेंट्रल पावर यूनिट ना, सेंट्रल प्रोसैसिंग यूनिट। ठीक है, CPU की होंगे सेंट्रल प्रोसैसिंग यूनिट। विच ऑफ द फॉलोइंग इज एन एग्जाम्पल ऑफ अल्फाबैटिक डाटा। जिमें मैंने पहला करवाया कि अल्फाबैटिक डाटा केड़ा है, ATM पिन नहीं, पासवर्ड नहीं, मोबाइल नंबर नहीं। सो जिहड़ा अल्फाबैटिक डाटा वो केड़ा है, एड्रैस। हुण फिर दोबारा किसी ने ये नहीं देखना भी साढ़े तो स्ट्रीट नंबर पैंदी है या घर नंबर पैंदा ना, एड्रैस अल्फाबैटिक डाटा है। हुण इत्थे एक ATM लिखा है, ATM की फुल फॉर्म की है, ऑटोमैटिक टेलर मशीन, TELLER, टेलर मशीन। ओके, ऑटोमैटिक टेलर मशीन। टेलर का मतलब की हुंदा है, खजानची। आप कैशियर कह दें ना बैंक च, कैशियर उन्होंने टेलर कहते हैं। ऑटोमैटिक टेलर मशीन यदी फुल फॉर्म है। ओके, नैक्सट, बट यदा आंसर की है, विच ऑफ द फॉलोइंग इज एन एग्जाम्पल ऑफ अल्फाबैटिक डाटा, एड्रैस एक अल्फाबैटिक डाटा है। सो इत्थे अपने लैक्चर खत्म होंदा अज दा। उम्मीद करदा तुहानूं ये लैक्चर पसंद आया होना। जे पसंद आया तो इनू लाइक शेयर सबसक्राइब करो अपने चैनल नूं। ते एक जांदे जांदे एक छोटा जिहा क्वेश्चन तुहाडे लई कि कंप्यूटर दे फादर ते कंप्यूटर दी मदर किस नूं कहा जांदा है। ओके, नीचे कमेंट करके दस्सिओ। थैंक यू।